ਸ਼੍ਰੋਮਣੀ ਅਕਾਲੀ ਦਲ ਨੇ ਸਰਕਾਰ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ। ਵਿਰੋਧ ਪ੍ਰਦਰਸ਼ਨ ਕੀਤਾ ਉਹਨਾਂ ਨੇ, ਪਰ ਵਿਰੋਧ ਪ੍ਰਦਰਸ਼ਨ ਕਰਦੇ ਆਗੂਆਂ ਨੂੰ ਪੁਲਿਸ ਨੇ ਰੋਕ ਲਿਆ। ਵੱਡਾ ਮਸਲਾ ਬਣ ਚੁੱਕਿਆ ਇਸ ਵੇਲੇ ਜੋ ਹਾਲਾਤ ਤਸਵੀਰਾਂ ਵਿਖਾ ਰਹੇ ਹਾਂ ਤੁਹਾਨੂੰ। ਵਿਕਰਮ ਮਜੀਠੀਆ ਦੇ ਸਮੇਤ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ, ਬੱਸਾਂ 'ਚ ਬਿਠਾ ਕੇ ਲਿਜਾਇਆ ਜਾ ਰਿਹਾ। ਕਾਲੇ ਝੰਡੇ ਲੈ ਕੇ ਪ੍ਰਦਰਸ਼ਨ ਕੀਤਾ, ਕਾਲੀਆਂ ਝੰਡੀਆਂ ਦੇ ਨਾਲ ਪ੍ਰਦਰਸ਼ਨ ਕੀਤਾ ਗਿਆ। ਜ਼ਹਿਰੀਲੀ ਸ਼ਰਾਬ ਦੇ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਹਾਲਾਂਕਿ ਕਿਸ ਤਰ੍ਹਾਂ ਦੀ ਤਸਵੀਰ ਅਸਲ ਦੇ ਵਿੱਚ ਹੈ, ਸਿੱਧੇ ਚੱਲਦੇ ਮੇਰੇ ਸਹਿਯੋਗੀ ਜਤਿੰਦਰ ਨੇ ਗੱਲਬਾਤ ਲਈ। ਜਤਿੰਦਰ, ਜਾਣਨਾ ਚਾਹਾਂਗੇ ਸਭ ਤੋਂ ਪਹਿਲਾਂ ਕੀ ਕਹੋਗੇ? जी बिल्कुल गुरजोत, जिस तरह तुम दस दी कि श्रोमणी अकाली दल के वलों ਵੱਖ-ਵੱਖ ਥਾਵਾਂ ਤੇ ਪ੍ਰਦਰਸ਼ਨ ਹੋ ਰਿਹਾ है, इसे ही तरह राजपाल ਨੂੰ ਮਿਲਣ ਦੇ ਲਈ ਅਕਾਲੀ ਦਲ ਦਾ ਇੱਕ ਵਾਪਸ ਜਿਹੜਾ ਉਹ ਪਹੁੰਚ ਰਿਹਾ ਸੀ। ਔਰ ਹਾਲਾਂਕਿ ਪੁਲਿਸ ਦੇ ਵੱਲੋਂ ਉਹਨਾਂ ਨੂੰ ਰਸਤੇ ਦੇ ਵਿੱਚ ਰੋਕ ਲਿਆ ਗਿਆ। ਮਾਮਲਾ ਸਾਰਾ ਉਹੀ ਹੈ, ਸ਼ਰਾਬ ਦੇ ਨਾਲ ਜੋ ਮੌਤਾਂ ਹੋਈਆਂ ਨੇ ਉਸ ਨੂੰ ਲੈ ਕੇ ਸਿਆਸਤ ਭਖੀ ਹੋਈ ਹੈ। ਔਰ ਅੱਜ ਰਾਜਪਾਲ ਦੇ ਨਾਲ ਇਸੇ ਗੱਲ ਨੂੰ ਲੈ ਕੇ ਜਿਹੜੀ ਮੁਲਾਕਾਤ ਹੋਣੀ ਸੀਗੀ, ਹਾਲਾਂਕਿ ਪੁਲਿਸ ਦੇ ਵੱਲੋਂ ਉਹਨੂੰ ਰੋਕਿਆ ਗਿਆ। ਔਰ ਤਸਵੀਰਾਂ ਮੈਂ ਕਹੂੰਗਾ ਕਿ ਸਹਿਯੋਗੀ ਨੂੰ ਸਾਡੇ ਵਿਖਾਉਣਗੇ। ਇਸ ਵਕਤ ਸੈਕਟਰ 3 ਥਾਣੇ ਦੇ ਬਾਹਰ ਅਸੀਂ ਖੜੇ ਹਾਂ ਔਰ ਵਿਕਰਮ ਮਜੀਠੀਆ, ਬਲਵਿੰਦਰ ਸਿੰਘ ਭੂੰਦੜ ਔਰ ਉਸ ਤੋਂ ਇਲਾਵਾ ਜਿਹੜੇ ਹੋਰ ਵੀ 30-40 ਦੇ ਕਰੀਬ ਜਿਹੜੇ ਅਕਾਲੀ ਵਰਕਰ ਨੇ ਉਹਨਾਂ ਨੂੰ ਥਾਣੇ ਦੇ ਵਿੱਚ ਬਿਠਾਇਆ ਗਿਆ। ਔਰ ਮੌਕੇ ਤੇ ਡੀਐਸਪੀ ਵੀ ਪਹੁੰਚੇ ਨੇ ਔਰ ਉਹਨਾਂ ਦੇ ਨਾਲ ਗੱਲਬਾਤ ਵੀ ਕੀਤੀ ਗਈ ਹੈ। ਔਰ ਉਸ ਸਮੇਂ ਦੇ ਉੱਤੇ ਜੇ ਦੱਸਦੀ ਹੈ, ਜਦੋਂ ਰਾਜ ਭਵਨ ਦੇ ਵੱਲ ਇਹਨਾਂ ਨੇ ਕੂਚ ਕੀਤਾ ਸੀ ਤਾਂ ਉੱਥੇ ਪੁਲਿਸ ਦੇ ਵੱਲੋਂ ਬੈਰੀਕੇਡਿੰਗ ਕੀਤੀ ਗਈ ਸੀ ਔਰ ਅੱਗੇ ਨਹੀਂ ਵਧਣ ਦਿੱਤਾ ਗਿਆ ਅਕਾਲੀ ਵਰਕਰਾਂ ਨੂੰ। ਔਰ ਉਸ ਤੋਂ ਬਾਅਦ ਹੁਣ ਇਸ ਥਾਣੇ ਦੇ ਵਿੱਚ ਲਿਆਂਦਾ ਗਿਆ। ਹਾਲਾਂਕਿ ਤੁਸੀਂ ਵੇਖ ਰਹੇ ਹੋ ਕਿ ਡੀਐਸਪੀ ਗੱਲਬਾਤ ਕਰ ਰਹੇ ਨੇ ਔਰ ਜਿਸ ਤਰ੍ਹਾਂ ਹੁਣ ਵਿਕਰਮ ਮਜੀਠੀਆ ਵੀ ਉੱਠ ਕੇ ਉਹਨਾਂ ਦੇ ਕੋਲ ਜਾ ਰਹੇ, ਉਹਨਾਂ ਨੇ ਬੁਲਾਇਆ ਗੱਲਬਾਤ ਦੇ ਲਈ। ਹਾਲਾਂਕਿ ਕੀ ਕਾਰਵਾਈ ਹੁੰਦੀ ਹੈ, ਕਦੋਂ ਤੱਕ ਜਿਹੜੇ ਇਹਨਾਂ ਨੂੰ ਬਾਹਰ ਆਉਣਗੇ, ਕਦੋਂ ਤੱਕ ਇਹਨਾਂ ਨੂੰ ਜਿਹੜੀ ਰਿਹਾਈ ਦਿੱਤੀ ਜਾਊਗੀ ਫਿਲਹਾਲ ਥਾਣੇ ਦੇ ਵਿੱਚੋਂ, ਇਹ ਕੁਝ ਸਮੇਂ ਬਾਅਦ ਹੀ ਸਾਫ਼ ਹੋ ਸਕੇਗਾ। ਪਰ ਤੁਸੀਂ ਤਸਵੀਰਾਂ ਵੇਖ ਲਓ, 30-40 ਦੇ ਕਰੀਬ ਜਿਹੜੇ ਆ ਅਕਾਲੀ ਵਰਕਰ ਸੀਗੇ ਇੱਥੇ ਪਹੁੰਚੇ ਸੀਗੇ ਔਰ ਫਿਲਹਾਲ ਜਿਹੜਾ ਉਹਨਾਂ ਨੂੰ ਥਾਣੇ ਦੇ ਵਿੱਚ ਰੱਖਿਆ ਗਿਆ। ਔਰ ਇਹ ਇਹੀ ਮੰਗ ਕਰ ਰਹੇ ਨੇ, ਇਹਨਾਂ ਦਾ ਪ੍ਰਦਰਸ਼ਨ ਇਸੇ ਗੱਲ ਨੂੰ ਲੈ ਕੇ ਹੈ ਕਿ ਜਿਹੜੀ ਜ਼ਹਿਰੀਲੀ ਸ਼ਰਾਬ ਕਰਕੇ ਜੋ ਮੌਤਾਂ ਹੋਈਆਂ ਨੇ ਉਹਦੇ ਜੋ ਸਰਗਨਾ ਨੇ, ਜਿਨ੍ਹਾਂ ਦੇ ਵੱਲੋਂ ਇਹ ਸ਼ਰਾਬ ਉੱਥੇ ਭੇਜੀ ਗਈ ਹੈ, ਜਿਨ੍ਹਾਂ ਦੇ ਵੱਲੋਂ ਅੱਗੇ ਵਰਤਾਈ ਗਈ ਹੈ ਔਰ ਲੋਕ ਜਿਹੜੇ ਆ ਮੌਤ ਦੇ ਮੂੰਹ ਦੇ ਵਿੱਚ ਜਾ ਪਏ ਆ, ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਵੇ। ਔਰ ਕਾਂਗਰਸ ਦੇ ਹੀ ਕਈ ਜਿਹੜੇ ਆਗੂ ਨੇ ਉਹਨਾਂ ਦੇ ਉੱਤੇ ਦੋਸ਼ ਲਗਾ ਰਹੇ ਹੈ ਕਿ ਕੈਪਟਨ ਸਰਕਾਰ ਉਹਨਾਂ ਤੇ ਕਾਰਵਾਈ ਕਰੇ, ਕਿਉਂਕਿ ਇਸ ਦੇ ਵਿੱਚ ਜਿਹੜੇ ਦੋਸ਼ੀ ਨੇ ਅਸਲ ਉਹ ਵਿਧਾਇਕ ਹੀ ਨੇ ਜਾਂ ਫਿਰ ਕਹਿ ਲਈਏ ਕਿ ਸਰਕਾਰ ਦੇ ਆਪਣੇ ਹੀ ਨੁਮਾਇੰਦੇ ਨੇ, ਜਿਨ੍ਹਾਂ ਦੇ ਵੱਲੋਂ ਸ਼ਹਿ ਦਿੱਤੀ ਜਾਂਦੀ ਹੈ ਇਹਨਾਂ ਅਨਸਰਾਂ ਨੂੰ ਔਰ ਉਹਨਾਂ ਦੇ ਖਿਲਾਫ ਜਿਹੜੀ ਹੈ ਉਹ ਕਾਰਵਾਈ ਹੋਵੇ। ਬਿਲਕੁਲ, ਬਹੁਤ ਤਰ੍ਹਾਂ ਦੇ ਸਵਾਲ ਤਸਵੀਰਾਂ ਬਾਖੂਬੀ ਬਿਆਨ ਕਰ ਰਹੀਆਂ ਨੇ। ਅਗਰ ਗੱਲ ਕਰੀਏ ਇਸ ਤੋਂ ਪਹਿਲਾਂ ਦੀ ਤਸਵੀਰ ਕੀ ਸੀਗੀ, ਕਿਸ ਤਰ੍ਹਾਂ ਦੇ ਨਾਲ ਇਹ ਪ੍ਰਦਰਸ਼ਨ ਹੋਇਆ, ਕਿੰਨੀ ਕੁ ਵੱਡੀ ਤਾਦਾਦ ਸੀ ਔਰ ਪੁਲਿਸ ਜਿਹੜੀ ਹੈ ਉਹ ਜਬਰਨ ਰੋਕ ਕੇ ਇਹਨਾਂ ਨੂੰ ਜ਼ਬਰਦਸਤੀ ਗ੍ਰਿਫਤਾਰ ਕਰਕੇ ਇਹਨਾਂ ਬੱਸਾਂ ਦੇ ਵਿੱਚ ਬਿਠਾ ਕੇ ਲੈ ਕੇ ਆਈ ਹੈ? ਜੀ ਬਿਲਕੁਲ ਗੁਰਜੋਤ, ਜਿਸ ਤਰ੍ਹਾਂ ਦੱਸਿਆ ਕਿ ਰਾਜਪਾਲ ਦੇ ਨਾਲ ਮੁਲਾਕਾਤ ਹੋਣੀ ਸੀ, ਰਾਜ ਭਵਨ ਦੇ ਵੱਲ ਅਕਾਲੀ ਵਰਕਰ ਜਦੋਂ ਵਧੇ ਆ ਤਾਂ ਉਸਦੇ ਪਾਸਿਆਂ ਤੇ ਹੀ ਜਿਹੜੀ ਬੈਰੀਕੇਡਿੰਗ ਕੀਤੀ ਹੋਈ ਸੀ, ਚਾਰੇ ਪਾਸੇ ਜਿਹੜੀ ਬੈਰੀਕੇਡਿੰਗ ਕੀਤੀ ਹੋਈ ਸੀ ਤਾਂ ਜੋ ਇਹ ਅਕਾਲੀ ਵਰਕਰ ਅੱਗੇ ਨਾ ਜਾ ਸਕਣ। ਔਰ ਉਸ ਤੋਂ ਬਾਅਦ ਇਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਆ ਹਾਲਾਂਕਿ ਗੱਲਬਾਤ ਕਰਨ ਦੀ, ਰਾਜਪਾਲ ਕੋਲੇ ਪਹੁੰਚ ਕਰਨ ਦੀ, ਪਰ ਪੁਲਿਸ ਦੇ ਵੱਲੋਂ ਰੋਕ ਦਿੱਤਾ ਗਿਆ ਔਰ ਕਈ ਤਰ੍ਹਾਂ ਦੇ ਹਵਾਲੇ ਜਿਹੜੇ ਦਿੱਤੇ ਗਏ ਕਿ ਤੁਸੀਂ ਅੰਦਰ ਨਹੀਂ ਜਾ ਸਕਦੇ, ਗੱਲਬਾਤ ਨਹੀਂ ਕਰ ਸਕਦੇ। ਉਸ ਤੋਂ ਬਾਅਦ ਜਦੋਂ ਅਕਾਲੀ ਵਰਕਰਾਂ ਨੇ ਕਿਹਾ ਕਿ ਅਸੀਂ ਹਰ ਰੋਜ਼ ਜਿਹੜਾ ਇੱਥੇ ਪਹੁੰਚਾਂਗੇ, ਜਿਸ ਤਰ੍ਹਾਂ ਵਿਕਰਮ ਮਜੀਠੀਆ ਵੀ ਪਹਿਲਾਂ ਕਹਿ ਰਹੇ ਸੀ ਕਿ ਜਿੰਨੀ ਦੇਰ ਤੱਕ ਸਾਡੀ ਜਿਹੜੀ ਹੈ ਸੁਣਵਾਈ ਨਹੀਂ ਹੁੰਦੀ ਅਸੀਂ ਰੋਜ਼ ਆਵਾਂਗੇ ਔਰ ਆਪਣੀਆਂ ਮੰਗਾਂ ਨੂੰ ਲੈ ਕੇ ਇਸੇ ਤਰ੍ਹਾਂ ਹੀ ਇੱਥੇ ਪਹੁੰਚਾਂਗੇ। ਤਾਂ ਉਸ ਤੋਂ ਬਾਅਦ ਫਿਰ ਪੁਲਿਸ ਦੇ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਪੁਲਿਸ ਬੱਸਾਂ ਦੇ ਵਿੱਚ ਬਿਠਾ ਕੇ ਅਕਾਲੀ ਵਰਕਰਾਂ ਨੂੰ ਇੱਥੇ ਥਾਣੇ ਲੈ ਕੇ ਆਈ ਹੈ। ਹਾਲਾਂਕਿ ਹੁਣ ਇੱਥੇ ਜਿਹੜੇ 30 ਦੇ 40 ਦੇ ਕਰੀਬ ਤੁਸੀਂ ਵਰਕਰ ਵੇਖ ਰਹੇ ਹੋ ਔਰ ਕਦੋਂ ਤੱਕ ਇਹਨਾਂ ਨੂੰ ਛੱਡਿਆ ਜਾਂਦਾ ਔਰ ਕੀ ਕਾਰਵਾਈ ਹੁੰਦੀ ਹੈ। ਜਿਸ ਤਰ੍ਹਾਂ ਤਸਵੀਰਾਂ ਤੁਹਾਨੂੰ ਪਹਿਲਾਂ ਵੀ ਵਿਖਾਈਆਂ ਔਰ ਹੁਣ ਵੀ ਤੁਸੀਂ ਵੇਖ ਪਾ ਰਹੇ ਹੋ ਕਿ ਵਿਕਰਮ ਮਜੀਠੀਆ ਜਿਹੜੇ ਉਹ ਡੀਐਸਪੀ ਦੇ ਨਾਲ ਗੱਲਬਾਤ ਕਰ ਰਹੇ ਹੈ। ਹਾਲਾਂਕਿ ਕੀ ਗੱਲਬਾਤ ਹੋ ਰਹੀ ਹੈ ਉਹਨਾਂ ਦੇ ਵਿਚਾਲੇ ਇਹ ਅਸੀਂ ਨਹੀਂ ਫਿਲਹਾਲ ਕਹਿ ਸਕਦੇ ਔਰ ਕਦੋਂ ਤੱਕ ਰਿਹਾਈ ਹੁੰਦੀ ਹੈ ਇਹਨਾਂ ਦੀ ਉਹ ਵੇਖਣਾ ਹੋਵੇਗਾ। ਔਰ ਮੁੱਦਾ ਸਾਰਾ ਉਹੀ ਹੈ, ਸ਼ਰਾਬ ਦੇ ਮਸਲੇ ਨੂੰ ਲੈ ਕੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਹੋ ਰਹੀ ਹੈ ਕਿ ਕਾਰਵਾਈ ਕੀਤੀ ਜਾਵੇ। ਸਰਕਾਰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜੋ ਇਸ ਦੇ ਵਿੱਚ ਲਿਪਤ ਨੇ ਔਰ ਜੋ ਮੁੱਖ ਸਰਗਨਾ ਨੇ। ਹਾਲਾਂਕਿ ਕਾਰਵਾਈ ਜ਼ਰੂਰ ਸਰਕਾਰ ਦੇ ਵੱਲੋਂ ਕੀਤੀ ਗਈ ਹੈ ਪਰ ਜੋ ਹੇਠਲੇ ਲੈਵਲ ਤੇ ਕਾਰਵਾਈ ਹੋਈ ਹੈ, ਅੱਜ ਜਿਸ ਤਰ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਰਨਤਾਰਨ ਪਹੁੰਚੇ ਹੈ ਔਰ ਉੱਥੇ ਇੱਕ ਬਾਰ-ਬਾਰ ਇੱਕ ਸਮਾਗਮ ਜਿਹੜਾ ਕੀਤਾ ਗਿਆ, ਉੱਥੇ ਟੈਂਟ ਲਗਾਏ ਗਏ ਸੀ ਔਰ ਉੱਥੇ ਜਿਹੜੇ ਪਰਿਵਾਰਕ ਮੈਂਬਰਾਂ ਦੇ ਕਈ
ਗੱਲ ਕਹੀ ਜਾ ਰਹੀ ਹੈ ਕਿ ਜੋ ਪੀੜਤ ਸੀ ਉਹਨਾਂ ਦੇ ਪਰਿਵਾਰਕ ਮੈਂਬਰ ਉੱਥੇ ਪਹੁੰਚੇ ਆ। ਹਾਲਾਂਕਿ ਵਿਰੋਧੀ ਇਹ ਗੱਲ ਕਹਿ ਰਹੇ ਆ, ਅਕਾਲੀ ਦਲ ਨੇ ਵੀ ਇਹ ਗੱਲ ਕਹੀ ਹੈ ਕਿ ਪਰਿਵਾਰਾਂ ਦੇ ਨਾਲ ਜਾ ਕੇ ਮਿਲਿਆ ਜਾਵੇ, ਪਿੰਡਾਂ ਦੇ ਵਿੱਚ ਜਿਸ ਜਗ੍ਹਾ ਦੇ ਉੱਤੇ ਮੌਤਾਂ ਹੋਈਆਂ ਨੇ ਉਹਨਾਂ ਦੇ ਨਾਲ ਜਾ ਕੇ ਗੱਲਬਾਤ ਕੀਤੀ ਜਾਵੇ ਔਰ ਉਹ ਜੋ ਕਹਿੰਦੇ ਨੇ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਔਰ ਨਾਲ ਦੀ ਨਾਲ ਹੀ ਮੁਆਵਜ਼ਾ ਜਿਹੜਾ ਉਹ ਵੀ ਵਧਾ ਕੇ ਦਿੱਤਾ ਜਾਵੇ। ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਨੇ ਅੱਜ 5 ਲੱਖ ਦਾ ਐਲਾਨ ਕਰ ਦਿੱਤਾ ਹੈ ਕਿ ਪੀੜਤ ਪਰਿਵਾਰਾਂ ਨੂੰ 5 ਲੱਖ ਰੁਪਏ ਜਿਹੜਾ ਹਰੇਕ ਨੂੰ ਦਿੱਤਾ ਜਾਏਗਾ, ਪਰ ਇਸ ਤੋਂ ਇਲਾਵਾ ਜਿਹੜੀ ਕਾਰਵਾਈ ਦੀ ਗੱਲ ਹੋ ਰਹੀ ਆ ਉਹ ਅਕਾਲੀ ਦਲ ਲਗਾਤਾਰ ਕਰਦਾ ਆ ਰਿਹਾ ਔਰ ਅੱਜ ਵੀ ਇਸੇ ਮੰਗ ਨੂੰ ਲੈ ਕੇ ਹੀ ਇਹ ਪ੍ਰਦਰਸ਼ਨ ਜਿਹੜਾ ਕੀਤਾ ਗਿਆ ਔਰ ਰਾਜਪਾਲ ਤੱਕ ਜਿਹੜੀ ਪਹੁੰਚ ਕੀਤੀ ਜਾਣੀ ਸੀ। ਜੀ ਬਿਲਕੁਲ ਸਾਫ਼ ਤੌਰ ਤੇ ਜਿਸ ਤਰ੍ਹਾਂ ਦਾ ਤੁਸੀਂ ਵੀ ਕਿਹਾ ਜਤਿੰਦਰ, ਮਸਲਾ ਸਾਰਾ ਜ਼ਹਿਰੀਲੀ ਸ਼ਰਾਬ ਦਾ ਹੀ ਹੈ। ਹਾਲਾਂਕਿ ਇਹਨਾਂ ਦਾ ਇਹੀ ਕਹਿਣਾ ਕਿ 5 ਲੱਖ ਨਾ ਕਾਫੀ ਹੈ, ਇਸ ਦੇ ਵਿੱਚ ਗੁਜ਼ਾਰਾ ਕੁਝ ਵੀ ਨਹੀਂ ਹੋਏਗਾ। ਅਗਰ ਗੱਲ ਕਰੀਏ ਕੋਰੋਨਾ ਨੂੰ ਲੈ ਕੇ ਤਾਂ ਨਜ਼ਰ ਵੀ ਆ ਰਿਹਾ, ਹਾਲਾਂਕਿ ਸਭ ਨੇ ਮਾਸਕ ਜਿਹੜੇ ਪਾਏ ਹੋਏ ਨੇ, ਸੋ ਸੋਸ਼ਲ ਡਿਸਟੈਂਸਿੰਗ ਨੂੰ ਲੈ ਕੇ ਕਿਸ ਤਰ੍ਹਾਂ ਦੇ ਨਾਲ ਤਸਵੀਰ ਸੀਗੀ ਉਹ ਵੀ ਜਾਨਣਾ ਚਾਹਾਂਗੇ ਥੋੜਾ ਜਿਹਾ, ਕਿਉਂਕਿ ਉਹ ਵੀ ਇੱਕ ਵੱਡਾ ਮਸਲਾ ਹੈ। ਇਸ ਤੋਂ ਇਲਾਵਾ ਅਗਰ ਗੱਲ ਕਰੀਏ ਤਾਂ ਹੁਣ ਜਿਸ ਤਰ੍ਹਾਂ ਦੇ ਨਾਲ ਤੁਸੀਂ ਦੱਸ ਰਹੇ ਹੋ ਕਿ ਗੱਲਬਾਤ ਹੋ ਰਹੀ ਹੈ, ਅਜੇ ਨਹੀਂ ਪਤਾ ਕਦੋਂ ਤੱਕ ਇਹ ਛੱਡੇ ਜਾਏਗਾ ਇਹਨਾਂ ਪ੍ਰਦਰਸ਼ਨਕਾਰੀਆਂ ਨੂੰ, ਤਾਂ ਕਿ ਕੁਝ ਹੋਰ ਨਿਕਲ ਕੇ ਜਾਣਕਾਰੀ ਆ ਰਹੀ ਹੈ। ਬਿਲਕੁਲ ਜੇ ਗੁਰਜੋਤ, ਜੇਕਰ ਗੱਲ ਸੋਸ਼ਲ ਡਿਸਟੈਂਸਿੰਗ ਦੀ ਕੀਤੀ ਜਾਵੇ ਤਾਂ ਅਕਾਲੀ ਵਰਕਰ ਜਿਸ ਤਰ੍ਹਾਂ ਬਾਹਰ ਖੜੇ ਸੀ ਉਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਆ ਔਰ ਉਹ ਕਹਿ ਰਹੇ ਸੀ ਮੌਕੇ ਦੇ ਉੱਤੇ ਕਿ ਅਸੀਂ ਜਿਹੜਾ ਪੂਰੀ ਤਰ੍ਹਾਂ ਦੇ ਨਾਲ ਹਦਾਇਤਾਂ ਦਾ ਜਿਹੜਾ ਪਾਲਣ ਕੀਤਾ ਹੋਇਆ ਸੀ, ਸਾਰਿਆਂ ਨੇ ਮਾਸਕ ਪਾਏ ਹੋਏ ਆ ਔਰ ਇੱਕ ਤਰੀਕੇ ਦੇ ਨਾਲ ਜਾ ਕੇ ਗੱਲਬਾਤ ਕਰਨੀ ਸੀ, ਰਾਜਪਾਲ ਦੇ ਕੋਲ ਪਹੁੰਚ ਕਰਨੀ ਸੀ। ਹਾਲਾਂਕਿ ਪੁਲਿਸ ਦੇ ਵੱਲੋਂ ਜਿਸ ਤਰ੍ਹਾਂ ਚੰਡੀਗੜ੍ਹ ਦੇ ਵਿੱਚ ਰੂਲ ਸਖਤ ਕੀਤੇ ਹੋਏ ਨੇ ਔਰ ਕਿਸੇ ਵੀ ਤਰ੍ਹਾਂ ਦੇ ਇਕੱਠ ਦੀ ਇੱਕ ਤਾਂ ਇਜਾਜ਼ਤ ਨਹੀਂ ਦਿੱਤੀ ਗਈ ਹੈ ਔਰ ਇਸ ਤੋਂ ਇਲਾਵਾ ਜੋ ਹੋਰ ਵੀ ਹਦਾਇਤਾਂ ਨੇ ਉਹਨਾਂ ਦਾ ਵੀ ਪਾਲਣ ਕਰਨਾ ਉਹ ਜ਼ਰੂਰੀ ਹੋ ਜਾਂਦਾ, ਤਾਂ ਉਸ ਨੂੰ ਲੈ ਕੇ ਹੀ ਇਹ ਗ੍ਰਿਫਤਾਰੀ ਜਿਹੜੀ ਹੈ ਕੀਤੀ ਗਈ ਹੈ ਔਰ ਪੁਲਿਸ ਨੇ ਇਹੀ ਗੱਲ ਕਹੀ ਹੈ ਕਿ ਤੁਸੀਂ ਇਸ ਤਰੀਕੇ ਦੇ ਨਾਲ ਨਹੀਂ ਜਾ ਸਕਦੇ, ਇੰਨੀ ਵੱਡੀ ਤਾਦਾਦ ਦੇ ਵਿੱਚ ਇਸ ਤਰ੍ਹਾਂ ਪ੍ਰਦਰਸ਼ਨ ਨਹੀਂ ਕਰ ਸਕਦੇ, ਜਿਸ ਤੋਂ ਬਾਅਦ ਹੁਣ ਫਿਲਹਾਲ ਜਿਹੜਾ ਥਾਣੇ ਦੇ ਵਿੱਚ ਲਿਆਂਦਾ ਜ਼ਰੂਰ ਗਿਆ। ਹਾਲਾਂਕਿ ਕਦੋਂ ਤੱਕ ਜਿਹੜਾ ਇਹਨਾਂ ਨੂੰ ਛੱਡਿਆ ਜਾਏਗਾ ਜਾਂ ਫਿਰ ਕੀ ਕੁਝ ਗੱਲਬਾਤ ਹੁੰਦੀ ਹੈ, ਜਿਸ ਤਰ੍ਹਾਂ ਤੁਸੀਂ ਤਸਵੀਰਾਂ ਦੇ ਵਿੱਚ ਵੀ ਵੇਖ ਰਹੇ ਹੋ ਕਿ ਗੱਲਬਾਤ ਹਾਲੇ ਵੀ ਚੱਲ ਰਹੀ ਹੈ ਡੀਐਸਪੀ ਔਰ ਮਜੀਠੀਆ ਦੇ ਵਿਚਾਲੇ, ਤਾਂ ਇਸ ਸਭ ਨੂੰ ਵੇਖ ਕੇ ਅਸੀਂ ਕਹਿ ਸਕਦੇ ਹਾਂ ਕਿ ਸ਼ਾਇਦ ਹੋ ਸਕਦਾ ਕੁਝ ਸਮੇਂ ਬਾਅਦ ਜਿਹੜੀ ਰਿਹਾਈ ਆ ਉਹ ਕਰ ਦਿੱਤੀ ਜਾਵੇ ਅਕਾਲੀ ਦਲ ਦੇ ਵਰਕਰਾਂ ਦੀ। ਬਿਲਕੁਲ ਜਤਿੰਦਰ, ਸਾਰਾ ਮਸਲਾ ਇਹੀ ਹੈ। ਔਰ ਅਗਰ ਗੱਲ ਕਰਦੀ ਹਾਂ ਮੈਂ ਤੁਹਾਡੇ ਨਾਲ ਆਲ ਓਵਰ ਗੱਲ ਕਰਾਂਗੇ ਅੱਜ ਪੰਜਾਬ ਦੀ ਜੋ ਸਥਿਤੀ ਹੈਗੀ ਹੈ ਜਤਿੰਦਰ, ਹਾਲਾਂਕਿ ਇੱਕ ਤਸਵੀਰ ਤੁਸੀਂ ਵਿਖਾਈ ਹੈ ਜਿੱਥੇ ਹਿਰਾਸਤ ਦੇ ਵਿੱਚ ਨੇ ਪ੍ਰਦਰਸ਼ਨਕਾਰੀ, ਪਰ ਇੱਕ ਤਸਵੀਰ ਪਟਿਆਲਾ ਦੀ ਵੀ ਅਸੀਂ ਦਰਸ਼ਕਾਂ ਨੂੰ ਨਾਲੋਂ ਨਾਲ ਦਿਖਾ ਪਾ ਰਹੇ ਹਾਂ ਸਕਰੀਨ ਤੇ, ਜਿੱਥੇ ਸੁਖਬੀਰ ਬਾਦਲ ਧਰਨੇ ਤੇ ਬੈਠੇ ਨੇ, ਪਾਵਨ ਸਰੂਪਾਂ ਦੀ ਚੋਰੀ ਦੇ ਮਾਮਲੇ ਨੂੰ ਲੈ ਕੇ ਬੈਠੇ ਹੋਏ ਨੇ ਕਿ ਆਖਿਰਕਾਰ ਕਿੱਥੇ ਗਏ ਔਰ ਜਾਂਚ ਕਿਉਂ ਨਹੀਂ ਹੋ ਰਹੀ। ਇਸ ਤੋਂ ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਪਹੁੰਚੇ ਨੇ ਉਹਨਾਂ ਪਰਿਵਾਰਾਂ ਨੂੰ ਮਿਲਣ। ਕੀ ਕਹੋਗੇ ਅਗਰ ਅੱਜ ਦੀ ਗੱਲ ਕੀਤੀ ਜਾਵੇ ਸਾਰੇ ਮਸਲੇ ਨੂੰ ਲੈ ਕੇ ਜ਼ਹਿਰੀਲੀ ਸ਼ਰਾਬ ਦੇ, ਕਿਉਂਕਿ ਦੋਸ਼ੀਆਂ ਨੂੰ ਸਜ਼ਾ ਹੋਏਗੀ ਇਹ ਕਹਿ ਚੁੱਕੀ ਹੈ ਸਰਕਾਰ, ਪਰ ਉੱਥੇ ਹੀ ਨਾਕਾਫੀ ਕਿਹਾ ਜਾ ਰਿਹਾ ਹੈ ਵਿਪੱਖ ਦੇ ਵੱਲੋਂ। ਜੀ ਬਿਲਕੁਲ ਗੁਰਜੋਤ, ਜਦੋਂ ਤੋਂ ਮਾਮਲਾ ਸ਼ੁਰੂ ਹੋਇਆ ਤਾਂ ਉਦੋਂ ਤੋਂ ਲਗਾਤਾਰ ਵਿਰੋਧੀ ਧਿਰ ਗੱਲ ਕਹਿ ਰਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਪਰਿਵਾਰਾਂ ਦੇ ਨਾਲ ਜਾ ਕੇ ਮਿਲਣ, ਉਹਨਾਂ ਥਾਵਾਂ ਦੇ ਉੱਤੇ ਜਾਣ ਜਿੱਥੇ ਮੌਤਾਂ ਹੋਈਆਂ ਨੇ, ਜਿਸ ਤਰ੍ਹਾਂ ਤਰਨਤਾਰਨ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਾਨਾਂ ਗਈਆਂ, ਉਸ ਤੋਂ ਇਲਾਵਾ ਬਟਾਲਾ ਦੇ ਵਿੱਚ ਮੌਤਾਂ ਹੋਈਆਂ, ਜੰਡਿਆਲਾ ਗੁਰੂ ਦੇ ਵਿੱਚ ਜਾਨਾਂ ਗਈਆਂ, ਤਾਂ ਲਗਾਤਾਰ ਵਿਰੋਧੀ ਧਿਰ ਜਿਹੜੀਆਂ ਉਹ ਚਾਹੇ ਆਮ ਆਦਮੀ ਪਾਰਟੀ ਹੋਵੇ ਚਾਹੇ ਅਕਾਲੀ ਦਲ ਹੋਵੇ ਇਹੀ ਗੱਲ ਕਹਿ ਰਹੇ ਸੀ ਕਿ ਮੁੱਖ ਮੰਤਰੀ ਉੱਥੇ ਪਹੁੰਚਣ ਮੌਕੇ ਤੇ ਪਰਿਵਾਰਾਂ ਦੇ ਨਾਲ ਗੱਲਬਾਤ ਕਰਨ ਜਾ ਕੇ ਔਰ ਜੋ ਵੀ ਉਹਨਾਂ ਦੀ ਮੰਗ ਹੈ, ਜੋ ਵੀ ਉਹ ਗੱਲ ਕਹਿ ਰਹੇ ਨੇ ਕਿ ਇਸ ਦੇ ਪਿੱਛੇ ਵਜ੍ਹਾ ਕੀ ਸੀ, ਇਸ ਦੇ ਪਿੱਛੇ ਦੋਸ਼ੀ ਕੌਣ ਸਨ, ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਔਰ ਵੱਡੇ ਮਗਰਮੱਛ ਜਿਹੜੇ ਆ ਇਸ ਦੇ ਪਿੱਛੇ ਨੇ ਉਹ ਫੜੇ ਜਾਣ। ਔਰ ਉਸ ਤੋਂ ਇਲਾਵਾ ਹੋਰ ਜੋ ਉਹਨਾਂ ਦੀ ਮੰਗ ਸੀਗੀ, ਚਾਹੇ ਉਹ ਮਦਦ ਨੂੰ ਲੈ ਕੇ ਆਰਥਿਕ ਸਹਾਇਤਾ ਦੀ ਗੱਲ ਕੀਤੀ ਜਾਵੇ ਜਾਂ ਫਿਰ ਹੋਰ ਵੀ ਜੋ ਉਹਨਾਂ ਦੀ ਮੰਗਾਂ ਨੇ, ਕੈਪਟਨ ਅਮਰਿੰਦਰ ਸਿੰਘ ਉੱਥੇ ਜਾ ਕੇ ਸੁਣ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਲਗਾਤਾਰ ਰਾਬਤਾ ਜ਼ਰੂਰ ਕਰ ਰਹੇ ਸੀ ਪਰ ਉਹ ਰਾਬਤਾ ਜਿਹੜਾ ਉਹ ਸੋਸ਼ਲ ਮੀਡੀਆ ਦੇ ਰਾਹੀਂ ਹੋ ਰਿਹਾ ਸੀਗਾ ਔਰ ਹਾਲਾਂਕਿ ਵਿਰੋਧੀ ਧਿਰ ਕਹਿ ਰਿਹਾ ਸੀ ਕਿ ਉੱਥੇ ਪਹੁੰਚਣ ਔਰ ਗੱਲਬਾਤ ਕਰਨ ਔਰ ਅੱਜ ਸ਼ਾਇਦ ਉਸੇ ਦਬਾਅ ਦੇ ਚੱਲਦੇ ਹੀ ਮੁੱਖ ਮੰਤਰੀ ਉਸ ਜਗ੍ਹਾ ਦੇ ਉੱਤੇ ਪਹੁੰਚੇ ਵੀ ਨੇ, ਪਰਿਵਾਰਾਂ ਦੇ ਨਾਲ ਗੱਲਬਾਤ ਵੀ ਹੋਈ ਹੈ ਔਰ ਇਸੇ ਮੁੱਦੇ ਨੂੰ ਲੈ ਕੇ ਹੀ ਅੱਜ ਜਿਹੜਾ ਵੱਖ-ਵੱਖ ਥਾਵਾਂ ਤੇ ਅਕਾਲੀ ਦਲ ਦੇ ਵੱਲੋਂ ਵੀ ਪ੍ਰਦਰਸ਼ਨ ਕੀਤਾ ਗਿਆ ਔਰ ਸਰਕਾਰ ਦੇ ਉੱਤੇ ਕਿਤੇ ਨਾ ਕਿਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਬੇਸ਼ੱਕ ਅੱਜ ਮੁੱਖ ਮੰਤਰੀ ਉੱਥੇ ਪਹੁੰਚ ਗਏ ਨੇ ਪਰ ਇਹਨਾਂ ਦਾ ਇਹ ਵੀ ਕਹਿਣਾ ਕਿ ਸਰਕਾਰ ਹਾਲੇ ਵੀ ਉਸ ਤਰ੍ਹਾਂ ਦੀ ਕਾਰਵਾਈ ਨਹੀਂ ਕਰ ਰਹੀ ਜੋ ਹੋਣੀ ਚਾਹੀਦੀ ਹੈ। ਬੇਸ਼ੱਕ ਮੁੱਖ ਮੰਤਰੀ ਨੇ ਉੱਥੇ ਵੀ ਇਹ ਬਿਆਨ ਦਿੱਤਾ ਹੈ ਕਿ ਚਾਹੇ ਕੋਈ ਵੀ ਹੋਵੇ, ਚਾਹੇ ਐਮਐਲਏ ਹੋਵੇ, ਚਾਹੇ ਕੋਈ ਮੰਤਰੀ ਹੋਵੇ ਤੇ ਚਾਹੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਹੋਵੇ, ਜਿਸ ਦੀ ਵੀ ਇਸ ਦੇ ਵਿੱਚ ਮਿਲੀ ਭੁਗਤ ਪਾਈ ਗਈ ਹੈ, ਜੋ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇਗੀ। ਨਾਲ ਦੀ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜੋ ਇਸ ਦੇ ਵਿੱਚ ਦੋਸ਼ੀ ਨੇ 302 ਦਾ ਮਾਮਲਾ ਉਹਨਾਂ ਦੇ ਉੱਤੇ ਦਰਜ ਹੋਣਾ ਚਾਹੀਦਾ। ਸੋ ਇਸ ਚੀਜ਼ ਨੂੰ ਲੈ ਕੇ ਸਰਕਾਰ ਕਿਤੇ ਭੱਜ ਨਾ ਜਾਏ ਜਾਂ ਫਿਰ ਉਸ ਦੇ ਉੱਤੇ ਹੋਰ ਦਬਾਅ ਬਣਾ ਦਿੱਤਾ ਜਾਏ, ਤਾਂ ਉਸ ਨੂੰ ਲੈ ਕੇ ਹੀ ਵਿਰੋਧੀ ਪਾਰਟੀ ਅਕਾਲੀ ਦਲ ਦੇ ਵੱਲੋਂ ਥਾਂ ਥਾਂ ਤੇ ਪ੍ਰਦਰਸ਼ਨ ਕੀਤੇ ਗਏ ਆ ਔਰ ਪਟਿਆਲਾ ਦੇ ਵਿੱਚ ਜਿਸ ਤਰ੍ਹਾਂ ਸਰੂਪ ਚੋਰੀ ਹੋਏ ਆ ਪਿੰਡ ਦੇ ਵਿੱਚੋਂ,
ਤਾਂ ਉਸ ਨੂੰ ਲੈ ਕੇ ਅਕਾਲੀ ਦਲ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਕਿ ਲਗਾਤਾਰ ਅਸੀਂ ਇਹ ਮੰਗ ਕਰ ਰਹੇ ਸੀ ਕਿ ਜਿਹੜਾ ਕਾਰਵਾਈ ਹੋਵੇ, ਪਰ ਕਾਰਵਾਈ ਕਿਤੇ ਨਾ ਕਿਤੇ ਜਿਹੜੀ ਆ ਉਹ ਨਹੀਂ ਹੋਈ। ਉਸ ਨੂੰ ਲੈ ਕੇ ਅਕਾਲੀ ਦਲ ਨੇ ਅੱਜ ਘੇਰਨ ਦੀ ਕੋਸ਼ਿਸ਼ ਕੀਤੀ ਹੈ ਸਰਕਾਰ ਨੂੰ ਕਿ ਐਸਐਸਪੀ ਦਫ਼ਤਰ ਦੇ ਸਾਹਮਣੇ ਜਿਹੜਾ ਧਰਨਾ ਪ੍ਰਦਰਸ਼ਨ ਦਿੱਤਾ ਕਿ ਸਰਕਾਰ ਕਾਰਵਾਈ ਕਰੇ ਇਸ ਮੁੱਦੇ ਦੇ ਉੱਤੇ, ਕਿਉਂਕਿ ਜਦੋਂ ਬਰਗਾੜੀ ਕਾਂਡ ਹੋਇਆ ਸੀ ਤਾਂ ਉਦੋਂ ਅਕਾਲੀ ਦਲ ਨੂੰ ਘੇਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਸੀ ਕਾਂਗਰਸ ਦੇ ਵੱਲੋਂ, ਕਿਉਂਕਿ ਕਾਂਗਰਸ ਵਿਰੋਧੀ ਧਿਰ ਸੀ। ਔਰ ਹੁਣ ਉਹੀ ਚੀਜ਼ ਜਿਹੜਾ ਅਕਾਲੀ ਦਲ ਕਰਦਾ ਹੋਇਆ ਨਜ਼ਰ ਆ ਰਿਹਾ, ਉਸ ਨੂੰ ਲੈ ਕੇ ਕਿ ਦਬਾਅ ਬਣਾਈਏ ਸਰਕਾਰ ਤੇ ਔਰ ਜਲਦ ਤੋਂ ਜਲਦ ਜਿਹੜੀ ਹੈ ਕਾਰਵਾਈ ਹੋਵੇ ਮੁਲਜ਼ਮਾਂ ਦੇ ਖਿਲਾਫ, ਔਰ ਹੋਣੀ ਵੀ ਚਾਹੀਦੀ ਹੈ। ਬਿਲਕੁਲ ਜਤਿੰਦਰ, ਤੁਹਾਡੇ ਪਿੱਛੇ ਦੀਆਂ ਤਸਵੀਰਾਂ ਹਾਲਾਂਕਿ ਕਾਫੀ ਕੁਝ ਬਿਆਨ ਕਰ ਰਹੇ ਨੇ, ਇਸ ਤੋਂ ਇਲਾਵਾ ਕੀ ਕੁਝ ਮੌਜੂਦਾ ਜਾਣਕਾਰੀ ਨਿਕਲ ਕੇ ਆ ਰਹੀ ਹੈ? ਅਗਰ ਹਿਰਾਸਤ ਦੇ ਵਿੱਚ ਲਏ ਇਹਨਾਂ ਪ੍ਰਦਰਸ਼ਨਕਾਰੀਆਂ ਦੀ ਗੱਲ ਕਰਦੇ ਹਾਂ, ਕਿਉਂਕਿ ਬਹੁਤਾ ਜ਼ਿਆਦਾ ਲੰਮਾ ਸਮਾਂ ਜਿਹੜਾ ਹੈ ਉਹ ਇਹਨਾਂ ਨੂੰ ਇੱਥੇ ਬਿਠਾ ਕੇ ਵੀ ਨਹੀਂ ਰੱਖਿਆ ਜਾ ਸਕਦਾ, ਕੀ ਕੁਝ ਗੱਲਬਾਤ ਹੋ ਰਹੀ ਹੈ, ਕੁਝ ਜਾਣਕਾਰੀ ਨਿਕਲ ਕੇ ਆ ਰਹੀ ਹੈ, ਔਰ ਜਾਂ ਫਿਰ ਕੀ ਸਹਿਮਤੀ ਬਣਦੀ ਨਜ਼ਰ ਆ ਰਹੀ ਹੈ? ਜੀ ਹੁਣ ਤੱਕ ਦੀ ਜੇਕਰ ਗੱਲ ਕਰੀਏ ਤਾਂ ਗੁਰਜੋਤ ਹੋ ਸਕਦਾ ਕਿ ਕੁਝ ਸਮੇਂ ਤੱਕ ਜਿਹੜੀ ਰਿਹਾਈ ਉਹ ਕਰ ਦਿੱਤੀ ਜਾਵੇ, ਕਿਉਂਕਿ ਕਿਤੇ ਨਾ ਕਿਤੇ ਮੀਡੀਆ ਵੀ ਜਿਹੜਾ ਬਾਹਰ ਖੜਾ ਹੋਇਆ ਨਜ਼ਰ ਆ ਰਿਹਾ। ਔਰ ਜਦੋਂ ਵੀ ਕਿਤੇ ਅਜਿਹਾ ਪ੍ਰਦਰਸ਼ਨ ਹੁੰਦਾ ਹੈ ਚੰਡੀਗੜ੍ਹ ਦੇ ਵਿੱਚ, ਆਪਾਂ ਖਾਸ ਕਰਕੇ ਗੱਲ ਕਰੀਏ ਔਰ ਕੋਵਿਡ ਮਹਾਮਾਰੀ ਦੇ ਦੌਰਾਨ ਜਦੋਂ ਵੀ ਪ੍ਰਦਰਸ਼ਨ ਹੋਏ ਆ, ਜਿਸ ਤਰ੍ਹਾਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸੀ, ਤਾਂ ਉਸ ਸਮੇਂ ਵੀ ਕਾਫੀ ਸਮਾਂ ਜਿਹੜਾ ਉਹਨਾਂ ਨੂੰ ਇਸੇ ਥਾਣੇ ਦੇ ਵਿੱਚ ਹੀ ਬਿਠਾ ਕੇ ਰੱਖਿਆ ਗਿਆ ਸੀ। ਔਰ ਜਦੋਂ ਸਾਰੇ ਮਾਮਲਾ ਸ਼ਾਂਤ ਹੋ ਗਿਆ, ਕਾਫੀ ਸਮਾਂ ਬੀਤ ਗਿਆ ਔਰ ਪਤਾ ਸੀ ਕਿ ਹੁਣ ਹੋਰ ਕਿਸੇ ਜਗ੍ਹਾ 'ਤੇ ਜਾ ਕੇ ਪ੍ਰਦਰਸ਼ਨ ਨਹੀਂ ਕਰ ਸਕਦੇ, ਤਾਂ ਉਸ ਤੋਂ ਬਾਅਦ ਹੀ ਛੱਡਿਆ ਗਿਆ ਸੀ। ਔਰ ਅਜਿਹਾ ਹੀ ਕਿਤੇ ਨਾ ਕਿਤੇ ਇੱਥੇ ਵੀ ਹੋਵੇਗਾ। ਹਾਲਾਂਕਿ ਇਹ ਨਹੀਂ ਆਪਾਂ ਕਹਿ ਸਕਦੇ ਕਿ ਕਿੰਨੇ ਸਮੇਂ ਤੱਕ ਜਿਹੜਾ ਇਹਨਾਂ ਨੂੰ ਛੱਡਿਆ ਜਾਏਗਾ, ਪਰ ਇਹ ਜ਼ਰੂਰ ਹੈ ਕਿ ਕੁਛ ਹੀ ਸਮੇਂ ਤੱਕ ਹੋ ਸਕਦਾ ਹੈ ਕਿ ਇਹਨਾਂ ਨੂੰ ਜਿਹੜਾ ਉਹ ਛੱਡ ਦਿੱਤਾ ਜਾਵੇ ਜਿਸ ਤਰ੍ਹਾਂ ਦੇ ਨਾਲ, ਕਿਉਂਕਿ ਇਹਨਾਂ ਦੇ ਸਾਰਿਆਂ ਦੇ ਨਾਮ ਵਗੈਰਾ ਇੱਥੇ ਲਿਖੇ ਗਏ ਆ, ਜੋ ਵੀ ਅਕਾਲੀ ਦਲ ਦੇ ਇੱਥੇ ਵਰਕਰ ਪਹੁੰਚੇ ਆ, ਤਾਂ ਪੁਲਿਸ ਦੇ ਵੱਲੋਂ ਬਕਾਇਦਾ ਉਹਨਾਂ ਸਾਰਿਆਂ ਦੇ ਨਾਮ ਲਿਖਵਾਏ ਗਏ ਆ ਪੇਜ ਦੇ ਉੱਤੇ। ਔਰ ਜਿਹੜੀ ਆ ਉਹਨਾਂ ਨੂੰ ਪੁੱਛਿਆ ਗਿਆ ਵੀ ਹਾਂ ਤੁਸੀਂ ਕਿੱਥੋਂ ਆਏ ਹੋ ਔਰ ਕਿਸ ਕੰਮ ਦੇ ਲਈ ਇੱਥੇ ਪਹੁੰਚੇ ਸੀਗੇ, ਤਾਂ ਉਸ ਚੀਜ਼ ਨੂੰ ਲੈ ਕੇ। ਪਰ ਫਿਲਹਾਲ ਆਪਾਂ ਇਹ ਨਹੀਂ ਕਹਿ ਸਕਦੇ ਕਿ ਕਦੋਂ ਤੱਕ ਜਿਹੜੀ ਆ ਉਹ ਰਿਹਾਈ ਹੋਵੇਗੀ, ਪਰ ਡੀਐਸਪੀ ਜਿਹੜੇ ਆ ਉਹ ਪਹਿਲਾਂ ਮੌਕੇ ਤੇ ਨਹੀਂ ਹੈਗੇ ਸੀਗੇ, ਤਾਂ ਹੁਣ ਮੌਕੇ ਤੇ ਪਹੁੰਚੇ ਨੇ ਔਰ ਉਹਨਾਂ ਦੇ ਨਾਲ ਗੱਲਬਾਤ ਵੀ ਹੋਈ ਹੈ। ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸਾਰਿਆਂ ਦੇ ਲਈ ਚਾਹ ਤੇ ਬਿਸਕੁਟ ਵੀ ਮੰਗਾਏ ਗਏ ਆ ਔਰ ਉਹਦਾ ਵੀ ਲੁਤਫ ਲੈ ਰਹੇ ਆ। ਬਿਲਕੁਲ, ਉਹ ਅਗਰ ਗੱਲ ਕਰੀਏ ਤਾਂ ਪ੍ਰਦਰਸ਼ਨਕਾਰੀ ਜਿਹੜੇ ਨੇ ਉਹ ਵੱਡੀ ਤਾਦਾਦ 'ਚ ਇੱਥੇ ਵੀ ਪਹੁੰਚ ਗਏ, ਪਟਿਆਲੇ ਵੀ ਬੈਠੇ ਹੋਏ ਨੇ ਔਰ ਇੱਕ ਵੱਡਾ ਇਕੱਠ ਤਰਨਤਾਰਨ ਵੀ ਨਜ਼ਰ ਆਇਆ। ਸੋ ਇਸ ਮਹਾਮਾਰੀ ਦੇ ਚੱਲਦੇ ਸਾਨੂੰ ਥੋੜਾ ਜਿਹਾ ਇਸ ਬਾਰੇ ਵੀ ਜ਼ਿਕਰ ਜਿਹੜਾ ਅਸੀਂ ਤਾਈਓ ਕਰ ਰਹੇ ਹਾਂ, ਕਿਉਂਕਿ ਇੱਕ ਮਹਾਮਾਰੀ ਫੈਲਣ ਦਾ ਵੀ ਬਹੁਤ ਜ਼ਿਆਦਾ ਖਤਰਾ ਹੈ, ਜਿੱਥੇ ਲਗਾਤਾਰ ਸਰਕਾਰ ਅਪੀਲ ਕਰਦੀ ਹੈ ਔਰ ਕੁਝ ਚੀਜ਼ਾਂ ਅਨਲੌਕ ਕੀਤੀਆਂ ਜਾਂਦੀਆਂ ਨੇ, ਕੁਝ ਨਹੀਂ, ਔਰ ਉਹਨਾਂ ਲੋਕਾਂ ਤੋਂ ਵੀ ਅਪੀਲ ਹੁੰਦੀ ਹੈ ਕਿ ਸਾਨੂੰ ਫਿਰ ਕਿਉਂ ਨਹੀਂ ਅਨਲੌਕ ਕੀਤਾ ਜਾ ਰਿਹਾ। ਸੋ ਇਸ ਤਰ੍ਹਾਂ ਦੇ ਨਾਲ ਕਾਫੀ ਮਸਲੇ ਨੇ, ਪਰ ਅੱਜ ਦੀ ਮਸਲੇ ਦੀ ਗੱਲ ਕਰਦੇ ਹਾਂ ਤਾਂ ਇੱਕ ਵੱਡਾ ਇਹੀ ਹੈ, ਇੱਕ ਬਿਆਨ ਵੀ ਆਇਆ ਜਤਿੰਦਰ, ਅਗਰ ਗੱਲ ਕਰੀਏ ਤਾਂ ਕੈਪਟਨ ਅਮਰਿੰਦਰ ਸਿੰਘ ਦਾ, ਕਿ ਜੋ ਕਿਸੇ ਤਰ੍ਹਾਂ ਦੇ ਨਾਲ ਕਿਸੇ ਦਾ ਨਾਮ ਲੈਣਾ ਇੱਥੇ ਗਲਤ ਹੈ ਜਦੋਂ ਤੱਕ ਜਾਂਚ ਨਹੀਂ ਹੁੰਦੀ। ਸ਼ਾਇਦ ਸਭ ਤੋਂ ਵੱਡਾ ਮਸਲਾ ਪ੍ਰਦਰਸ਼ਨ ਦਾ ਅੱਜ ਇਹੀ ਸੀਗਾ ਕਿ ਜਿਹੜੇ ਵਿੱਚ ਜਿਨ੍ਹਾਂ ਦੀ ਮਿਲੀ ਭੁਗਤ ਹੈ, ਜਿਹੜੇ ਬੇਸ਼ੱਕ ਅਫਸਰ ਨੇ ਜਾਂ ਸਿਆਸਤਦਾਨ ਨੇ, ਉਹਨਾਂ ਤੇ ਜ਼ਰੂਰ ਜਾਂਚ ਹੋਣੀ ਚਾਹੀਦੀ ਹੈ। ਇਸੇ ਨੂੰ ਲੈ ਕੇ ਇਹਨਾਂ ਨੇ ਅੱਜ ਪ੍ਰਦਰਸ਼ਨ ਕਰਨਾ ਜਿਹੜਾ ਜ਼ਰੂਰੀ ਸਮਝਿਆ ਅੱਜ ਦੇ ਹੀ ਦਿਨ ਖਾਸ ਤੌਰ ਤੇ। ਜੀ ਬਿਲਕੁਲ ਗੁਰਜੋਤ, ਇਹ ਤਾਂ ਜਿਹੜੇ ਲੋਕ ਆ ਉੱਥੋਂ ਦੇ ਜੋ ਪੀੜਤ ਨੇ ਉਹ ਵੀ ਗੱਲ ਸਾਫ਼ ਤੌਰ ਤੇ ਕਹਿ ਰਹੇ ਆ ਕਿ ਕੌਣ ਇਸ ਦੇ ਪਿੱਛੇ ਸੀਗੇ। ਆਮ ਆਦਮੀ ਪਾਰਟੀ ਵੱਲੋਂ ਵੀ ਬੀਤੇ ਦਿਨ ਜਿਹੜੀ ਹੈ ਪ੍ਰੈਸ ਕਾਨਫਰੰਸ ਕੀਤੀ ਗਈ ਪਟਿਆਲਾ ਦੇ ਵਿੱਚੋਂ, ਭਗਵੰਤ ਮਾਨ ਦੇ ਵੱਲੋਂ ਵੀ ਇਹੀ ਇਲਜ਼ਾਮ ਲਗਾਏ ਗਏ ਕਿ ਉੱਥੇ ਲੋਕ ਚੀਕ ਕੇ ਇਹ ਗੱਲ ਕਹਿ ਰਹੇ ਆ ਕਿ ਇਸ ਦੇ ਵਿੱਚ ਜਿਹੜਾ ਉਹ ਦੋਸ਼ੀ ਕੌਣ ਹੈ ਔਰ ਇਹ ਜੇ ਸ਼ਰਾਬ ਦਾ ਧੰਦਾ ਚੱਲ ਰਿਹਾ ਸੀ ਕਿੰਨੇ ਸਮੇਂ ਤੋਂ ਚੱਲ ਰਿਹਾ ਔਰ ਇਹ ਧੰਦੇ ਜਿਹੜੇ ਆ ਕੌਣ ਕਰਦੇ ਆ ਰਿਹਾ, ਕਿਸ ਦੀ ਮਿਲੀ ਭੁਗਤ ਦੇ ਨਾਲ ਲੰਮੇ ਸਮੇਂ ਤੋਂ ਕਰਦੇ ਆ ਰਿਹਾ। ਤਾਂ ਉਹਨਾਂ ਨੇ ਇਹੀ ਕਿਹਾ ਸੀਗਾ ਕੈਪਟਨ ਅਮਰਿੰਦਰ ਸਿੰਘ ਉੱਥੇ ਪਹੁੰਚਣ, ਲੋਕਾਂ ਦੇ ਨਾਲ ਗੱਲਬਾਤ ਕਰਨ ਔਰ ਸਾਰੀ ਗੱਲ ਜਿਹੜੀ ਹੈ ਸਾਫ਼ ਹੋ ਜਾਵੇਗੀ। ਲੋਕ ਆਪ ਮੂੰਹੋਂ ਬਿਆਨ ਕਰਨਗੇ ਕਿ ਕੌਣ ਇਸ ਦੇ ਪਿੱਛੇ ਦੋਸ਼ੀ ਹੈ ਔਰ ਸਰਕਾਰ ਨੂੰ ਵੀ ਇਸ ਦੇ ਵਿੱਚ ਫਾਇਦਾ ਮਿਲੇਗਾ, ਕਿਉਂਕਿ ਸਰਕਾਰ ਦੇ ਕੋਲ ਨਾਮ ਪਹੁੰਚ ਜਾਣਗੇ। ਜੇਕਰ ਸਰਕਾਰ ਨੂੰ ਨਹੀਂ ਪਤਾ ਲੱਗ ਪਾ ਰਿਹਾ ਕਿ ਇਸ ਦੇ ਵਿੱਚ ਦੋਸ਼ੀ ਕੌਣ ਹੈ, ਤਾਂ ਉਧਰ ਹੀ ਅਕਾਲੀ ਦਲ ਦੇ ਵੱਲੋਂ ਵੀ ਇਸੇ ਗੱਲ ਨੂੰ ਲੈ ਕੇ ਪ੍ਰਦਰਸ਼ਨ ਹੋ ਰਿਹਾ ਕਿ ਜੋ ਇਸ ਦੇ ਵਿੱਚ ਵੱਡੇ ਸਰਗਨਾ ਨੇ, ਜਿਨ੍ਹਾਂ ਦੇ ਸਿਰ ਦੇ ਉੱਤੇ ਧੰਦਾ ਚੱਲ ਰਿਹਾ, ਜੋ ਇਸ ਧੰਦੇ ਨੂੰ ਅੰਜਾਮ ਦੇ ਰਿਹਾ, ਕਿਉਂਕਿ ਪਿੱਛੇ ਜੇ ਇੱਕ ਤਸਵੀਰਾਂ ਵੀ ਜਿਹੜੀਆਂ ਉਹ ਵਾਇਰਲ ਕੀਤੀਆਂ ਗਈਆਂ ਸੀ ਜਿਨ੍ਹਾਂ ਦੇ ਨਾਂ ਮੁਲਜ਼ਮਾਂ ਦੇ ਇਸ ਮਾਮਲੇ ਦੇ ਵਿੱਚ ਸਾਹਮਣੇ ਆਏ ਨੇ,
ਲੋਕਾਂ ਦੇ ਵੱਲੋਂ ਨਾਂ ਬਿਆਨ ਕੀਤੇ ਗਏ ਆ ਜਾਂ ਫਿਰ ਕਹਿ ਲਈਏ ਕਿ ਪੁਲਿਸ ਦੇ ਵੱਲੋਂ ਜੋ ਨਾਮ ਲਿਆਂਦੇ ਗਏ ਆ, ਤਾਂ ਉਸ ਨੂੰ ਲੈ ਕੇ ਤਸਵੀਰਾਂ ਵੀ ਕਈ ਸਾਹਮਣੇ ਆਈਆਂ ਸੀ ਔਰ ਉਸ ਦੇ ਵਿੱਚ ਕਈ ਕਾਂਗਰਸੀ ਜਿਹੜੇ ਆਗੂ ਸ਼ਾਮਲ ਸੀਗੇ ਉਹਨਾਂ ਤਸਵੀਰਾਂ ਦੇ ਵਿੱਚ, ਤਾਂ ਉਸ ਨੂੰ ਲੈ ਕੇ ਵੀ ਸਵਾਲ ਖੜੇ ਹੋਏ ਸੀ ਕਿ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਕਿਉਂਕਿ ਸਿਆਸਤ ਦੇ ਵਿੱਚ ਹਮੇਸ਼ਾ ਹੀ ਇਹ ਹੁੰਦਾ ਕਿ ਜਦੋਂ ਵੀ ਕੋਈ ਮਾਮਲਾ ਭਖਦਾ ਹੈ, ਅਗਰ ਜੇਕਰ ਕਿਸੇ ਸਿਆਸਤਦਾਨ ਦੇ ਨਾਲ ਕਿਸੇ ਮੁਲਜ਼ਮ ਦੀ ਤਸਵੀਰ ਸਾਹਮਣੇ ਆਉਂਦੀ ਹੈ ਤਾਂ ਫਿਰ ਉਸ ਤੋਂ ਬਾਅਦ ਵਿਰੋਧੀ ਪਾਰਟੀਆਂ ਜਿਹੜੀਆਂ ਉਸ ਮੁੱਦੇ ਨੂੰ ਚੱਕਦੀਆਂ ਔਰ ਇਹ ਕਹਿੰਦੀਆਂ ਕਿ ਜੇਕਰ ਇਹ ਬੰਦਾ ਇਸ ਤਸਵੀਰ ਦੇ ਵਿੱਚ ਨਾਲ ਖੜਾ ਤਾਂ ਫਿਰ ਉਸ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ, ਜਿਸ ਤਰ੍ਹਾਂ ਵਿਕਰਮ ਮਜੀਠੀਆ ਦੇ ਕੇਸ ਦੇ ਵਿੱਚ ਵੀ ਹੋਇਆ ਸੀਗਾ। ਕਿਉਂਕਿ ਜਦੋਂ ਇਹਨਾਂ ਤੇ ਇਲਜ਼ਾਮ ਲੱਗੇ ਤਾਂ ਕਈ ਜਿਹੜੇ ਕਹਿ ਸਕਦੇ ਹਾਂ ਕਿ ਗੈਂਗਸਟਰਾਂ ਦੀਆਂ ਤਸਵੀਰਾਂ ਇਹਨਾਂ ਦੇ ਨਾਲ ਸੋਸ਼ਲ ਮੀਡੀਆ ਤੇ ਪਾ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਸੁਖਜਿੰਦਰ ਰੰਧਾਵਾ ਦੀਆਂ ਫੋਟੋ ਜਿਹੜੀਆਂ ਉਹ ਸੋਸ਼ਲ ਮੀਡੀਆ ਤੇ ਪਾ ਦਿੱਤੀਆਂ ਗਈਆਂ ਔਰ ਇੱਕ ਦੂਸਰੇ ਤੇ ਇਲਜ਼ਾਮ ਤਰਾਸ਼ੀਆਂ ਸ਼ੁਰੂ ਹੋ ਗਈਆਂ ਸੀ। ਤਾਂ ਉਸੇ ਚੀਜ਼ ਨੂੰ ਲੈ ਕੇ ਹੀ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਜੋ ਲੋਕ ਤਸਵੀਰਾਂ ਦੇ ਵਿੱਚ ਸਿਆਸੀ ਆਗੂਆਂ ਦੇ ਨਾਲ ਖੜੇ ਹੈ, ਇੱਕ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਹੋਵੇ ਔਰ ਜੋ ਜਿਸ ਤਰ੍ਹਾਂ ਸ਼ਮਸ਼ੇਰ ਸਿੰਘ ਦੁੱਲੋ ਜੋ ਰਾਜ ਸਭਾ ਮੈਂਬਰ ਨੇ ਔਰ ਕਾਂਗਰਸ ਦੇ ਨੇ, ਬੀਤੇ ਦਿਨ ਉਹਨਾਂ ਦੇ ਵੱਲੋਂ ਵੀ ਇਲਜ਼ਾਮ ਲਗਾਏ ਗਏ ਆ ਕਿ ਜੇਕਰ CBI ਦੀ ਜਾਂਚ ਕਰਵਾਈ ਜਾਏ ਤਾਂ 70% ਦੀ ਸਿਆਸੀ ਆਗੂ ਜਿਹੜੇ ਆ ਸੱਤਾ ਧਿਰ ਦੇ ਯਾਨੀ ਕਿ ਕਾਂਗਰਸ ਦੀ ਅਜਿਹੇ ਨਿਕਲਣਗੇ ਜਿਨ੍ਹਾਂ ਦੇ ਕਿਤੇ ਨਾ ਕਿਤੇ ਗੈਂਗਸਟਰਾਂ ਦੇ ਨਾਲ ਜਾਂ ਫਿਰ ਜਿਹੜੇ ਮਾਫੀਆ ਆ ਉਹਨਾਂ ਦੇ ਨਾਲ ਸਿੱਧੇ ਜਾਂ ਸਿੱਧੇ ਤੌਰ ਤੇ ਸਬੰਧ ਵੀ ਸਾਹਮਣੇ ਆਉਣਗੇ। ਤਾਂ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਹੀ ਪ੍ਰਦਰਸ਼ਨ ਕੀਤਾ ਗਿਆ। ਹਾਲਾਂਕਿ ਇਸ ਦਾ ਕਿੰਨਾ ਜਿਹੜਾ ਸਰਕਾਰ ਤੇ ਦਬਾਅ ਬਣਦਾ ਹੈ ਔਰ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਇਹ ਤਾਂ ਸਮੇਂ ਦੀ ਗੱਲ ਹੈ। ਬਿਲਕੁਲ ਸਵਾਲ ਇੱਥੇ ਹੀ ਖੜਾ ਹੈਗਾ ਔਰ ਵੇਖਣਾ ਹੋਏਗਾ ਕਿ ਆਖਿਰਕਾਰ ਕੀ ਕੁਝ ਅੱਗੇ ਨਜ਼ਰ ਆਏਗਾ। ਫਿਲਹਾਲ ਸ਼ੁਕਰੀਆ ਤੁਹਾਡਾ ਬਹੁਤ-ਬਹੁਤ ਜਤਿੰਦਰ ਜੁੜਨ ਦੇ ਲਈ ਔਰ तमाम ਜਾਣਕਾਰੀ ਦੇ ਲਈ, ਸਾਡੇ ਨਾਲ ਜੁੜਨ ਦੇ ਲਈ। ਸੋ ਮਸਲਾ ਜਿਹੜਾ ਵੱਡਾ ਔਰ ਦੋ ਤਸਵੀਰਾਂ ਤੁਹਾਨੂੰ ਲਗਾਤਾਰ ਵਿਖਾ ਪਾ ਰਹੇ, ਦੱਸਦੇ ਕਿ ਹਿਰਾਸਤ ਦੇ ਵਿੱਚ ਨੇ ਪ੍ਰਦਰਸ਼ਨਕਾਰੀ ਵਿਕਰਮ ਮਜੀਠੀਆ ਦੇ ਸਮੇਤ ਕਈ ਹੋਰ ਲੋਕ ਨੇ। 20 ਤੋਂ 40 ਲੋਕ ਜਿਹੜੇ ਦੱਸੇ ਜਾ ਰਹੇ ਨੇ, ਨਜ਼ਰ ਵੀ ਆ ਰਹੇ ਨੇ, ਜਿਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਔਰ ਥਾਣੇ ਦੇ ਵਿੱਚ ਇਹਨਾਂ ਨੂੰ ਬਿਠਾਇਆ ਗਿਆ। ਔਰ ਦੂਸਰੇ ਪਾਸੇ ਪਟਿਆਲਾ ਦੇ ਵਿੱਚ ਧਰਨਾ ਦਿੱਤਾ ਜਾ ਰਿਹਾ ਜਿੱਥੇ ਸੁਖਬੀਰ ਬਾਦਲ ਖੁਦ ਪਹੁੰਚੇ ਹੋਏ ਨੇ ਔਰ ਇਹਨਾਂ ਦਾ ਇਹੀ ਕਹਿਣਾ ਹੈ ਕਿ ਇਹ ਧਰਨਾ ਜਿਹੜਾ ਹੈ ਉਹ ਪਾਵਨ ਸਰੂਪਾਂ ਦੇ ਚੱਲਦੇ ਹੈ ਕਿਉਂਕਿ ਕੋਈ ਜਾਂਚ ਨਹੀਂ ਹੋਈ ਅਜੇ ਤੱਕ। ਕੁਦਰਤੀ ਤੌਰ ਤੇ ਜਜ਼ਬਾਤਾਂ ਨੂੰ ਕੋਈ ਰੋਕ ਨਹੀਂ ਸਕਦਾ, ਤੁਸੀਂ ਉਹ ਜਜ਼ਬਾਤਾਂ ਤੇ ਪੂਰਾ ਉਤਰੇ ਹੋ, ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ ਪ੍ਰੋਫੈਸਰ ਪ੍ਰੇਮ ਸਿੰਘ ਜੀ ਚੰਦੂਮਾਜਰਾ ਸਾਹਿਬ ਦਾ। ਮੈਂ ਮਾਫੀ ਚਾਹਨਾ ਸ਼੍ਰੀ ਚਮਕੌਰ ਸਾਹਿਬ ਦੇ ਹਲਕਾ ਇੰਚਾਰਜ ਸਰਦਾਰ ਹਰਮੋਹਨ ਸਿੰਘ ਜੀ ਸੰਧੂ ਸਾਹਿਬ, ਸਰ ਇਕਬਾਲ ਸਿੰਘ ਜੀ ਚੁੰਗਾ ਸਾਹਿਬ, ਸਰ ਸਾਧੂ ਸਿੰਘ ਜੀ ਖਲੌਰ ਸਾਹਿਬ, ਜਸਵਿੰਦਰ ਸਿੰਘ ਜੱਸੀ ਜੀ, ਜਗੀਰ ਸਿੰਘ ਪੈਰ ਜੀ। ਸਾਧ ਸੰਗਤ ਜੀ 2 ਮਿੰਟ ਸਤਿਨਾਮ ਵਾਹਿਗੁਰੂ ਦਾ ਜਾਪ ਕਰਾਉਣਾ। ਉਸ ਤੋਂ ਬਾਅਦ ਪ੍ਰਧਾਨ ਸਾਹਿਬ ਨੇ ਤੁਹਾਡੇ ਨਾਲ ਜੋ ਨੇ ਉਹ ਵਿਚਾਰ ਸਾਂਝੇ ਕਰਨੇ ਨੇ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਉੱਚੀ ਆਵਾਜ਼ ਹੈ ਸਾਧ ਸੰਗਤ ਜੀ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ। ਔਰ ਪਟਿਆਲਾ ਦੇ ਵਿੱਚ ਤਾਂ ਦੋ ਤਸਵੀਰਾਂ ਤੁਹਾਨੂੰ ਵਿਖਾਈਆਂ ਕਿ ਆਖਿਰਕਾਰ ਕਿਸ ਤਰ੍ਹਾਂ ਦੇ ਨਾਲ ਅੱਜ ਹੱਲਾ ਬੋਲਿਆ ਹੋਇਆ ਸ਼੍ਰੋਮਣੀ ਅਕਾਲੀ ਦਲ ਨੇ ਔਰ ਦੋ ਪਾਸੇ ਚੰਡੀਗੜ੍ਹ ਔਰ ਪਟਿਆਲਾ ਦੇ ਵਿੱਚ।